TVN ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦਾ ਬੈਨੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ। ਆਓ ਦੋਸਤੋ, ਕੁਝ ਅਹਿਮ ਖਬਰਾਂ ਘਟਨਾਵਾਂ ਦੇ ਉੱਤੇ ਨਜ਼ਰ ਮਾਰੀਏ। ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਅੱਜ ਕੱਲ੍ਹ ਕਿੱਥੇ? ਰੂਸ ਅਤੇ ਯੂਕਰੇਨ ਦੀ ਗੱਲ ਰਹੀ ਬੇਸਿੱਟਾ। ਅਮਰੀਕਾ ਨੇ ਰੂਸ ਖਿਲਾਫ ਕੱਸਿਆ ਸ਼ਿਕੰਜਾ। ਯੂਕਰੇਨ 'ਚ ਰੂਸ ਖਿਲਾਫ ਲੜ ਰਿਹਾ ਇੱਕ ਭਾਰਤੀ ਨੌਜਵਾਨ। ਤਕਰੀਬਨ 2 ਸਾਲ ਬਾਅਦ ਅੰਤਰਰਾਸ਼ਟਰੀ ਉਡਾਨਾਂ ਮੁੜ 27 ਮਾਰਚ ਤੋਂ ਹੋਣਗੀਆਂ ਸ਼ੁਰੂ। ਮਜੀਠੀਆ ਨੂੰ ਮਿਲੀ VIP ਟ੍ਰੀਟਮੈਂਟ ਚਰਚਾ 'ਚ ਅਤੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਛੇੜੀ ਮੁੜ ਤੋਂ ਨਵੀਂ ਚਰਚਾ। ਦੋਸਤੋ, ਇਹ ਕੁਝ ਜਾਣਕਾਰੀਆਂ ਪ੍ਰੋਗਰਾਮ ਦੌਰਾਨ ਵਿਸਥਾਰ ਨਾਲ ਵਿਚਾਰਾਂਗੇ। ਇਹਦੇ ਤੋਂ ਪਹਿਲਾਂ ਕਿ ਇਹਨਾਂ ਦੇ ਉੱਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇ, ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ। ਦੂਸਰੀ ਬੇਨਤੀ ਇਹ, ਪ੍ਰੋਗਰਾਮ ਦੇਖਣ ਸੁਣਨ ਤੋਂ ਬਾਅਦ ਜੇਕਰ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ। ਆਓ ਹੁਣ ਇਹਨਾਂ ਸਾਰੀਆਂ ਜਾਣਕਾਰੀਆਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰੀਏ। ਸਭ ਤੋਂ ਪਹਿਲਾਂ ਯੂਕਰੇਨ ਵਾਲੇ ਪਾਸੇ ਚੱਲਦੇ ਹਾਂ। ਦੁਨੀਆ ਭਰ ਦੇ ਵਿੱਚ ਚਰਚਾ ਯੂਕਰੇਨ ਅਤੇ ਰੂਸ ਦੇ ਵਿਚਕਾਰ ਜਿਹੜੀ ਜੰਗ ਲੱਗੀ ਹੋਈ ਹੈ। ਕਦੇ ਕਦੇ ਖਬਰਾਂ ਇਸ ਤਰ੍ਹਾਂ ਦੀਆਂ ਵੀ ਰੂਸੀ ਮੀਡੀਆ ਦੇ ਵੱਲੋਂ ਆਈਆਂ ਕਿ ਜ਼ੈਲੈਂਸਕੀ ਮੁਲਕ ਛੱਡ ਕੇ ਦੌੜ ਗਏ ਨੇ, ਭਾਵੇਂ ਕਿ ਬਾਅਦ ਦੇ ਵਿੱਚ ਉਹਨੇ ਆਖਿਆ ਸੀ ਕਿ ਨਹੀਂ। ਹਾਲਾਂਕਿ ਇਸ ਖਬਰ ਤੋਂ ਪਹਿਲਾਂ ਵੀ ਜ਼ੈਲੈਂਸਕੀ ਨੇ ਆਖ ਦਿੱਤਾ ਸੀ ਕਿ ਹੋ ਸਕਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਯੂਕਰੇਨ ਦੇ ਲੋਕਾਂ ਦਾ, ਯੂਕਰੇਨ ਦੇ ਫੌਜੀਆਂ ਦਾ ਮਨੋਬਲ ਤੋੜਨ ਦੇ ਵਾਸਤੇ ਇਸ ਤਰ੍ਹਾਂ ਦੀਆਂ ਖਬਰਾਂ ਆਉਣ। ਉਹਨਾਂ ਨੇ ਇੱਕ ਵਾਰ ਫਿਰ ਆਖਿਆ ਕਿ ਯੂਕਰੇਨ ਦੀ ਫੌਜ ਬਹੁਤ ਦਲੇਰੀ ਨਾਲ ਲੜ ਰਹੀ ਹੈ, ਬੇਮਿਸਾਲ ਹਿੰਮਤ ਦਿਖਾ ਰਹੀ ਹੈ, ਨਿਡਰਤਾ ਦੇ ਨਾਲ ਰੂਸੀ ਹਮਲੇ ਦਾ ਸਾਹਮਣਾ ਕਰ ਰਹੀ ਹੈ। ਉਹਨਾਂ ਨੇ ਆਖਿਆ ਕਿ ਯੂਕਰੇਨ ਦਾ ਇੱਕ ਫੌਜੀ, ਉਹ ਕਹਿੰਦੇ ਇੱਕ ਫੌਜੀ 10 ਰੂਸੀ ਫੌਜੀਆਂ ਦਾ ਸਾਹਮਣਾ ਕਰ ਰਿਹਾ ਹੈ। ਯੂਕਰੇਨ ਦਾ ਇੱਕ ਟੈਂਕ 50 ਟੈਂਕਾਂ ਦਾ ਸਾਹਮਣਾ ਕਰ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਅਮਰੀਕਾ ਸਮੇਤ ਕਈ ਮੁਲਕ ਨੇ ਜਿਹੜੇ ਜ਼ੈਲੈਂਸਕੀ ਨੂੰ, ਭਾਵ ਯੂਕਰੇਨ ਨੂੰ ਲੜਾਕੂ ਜਹਾਜ਼ ਦੇਣ ਦੇ ਬਾਬਤ ਇਸ ਵਕਤ ਵਿਚਾਰ ਕਰ ਰਹੇ ਨੇ। ਅਸਲ ਦੇ ਵਿੱਚ ਜ਼ੈਲੈਂਸਕੀ ਨੇ ਲੜਾਕੂ ਜਹਾਜ਼ਾਂ ਦੀ ਕੁਝ ਮੰਗ ਕੀਤੀ ਸੀ। ਯੂਕਰੇਨ ਦੇ ਨਾਮ ਇੱਕ ਸੰਬੋਧਨ ਕੀਤਾ ਰਾਸ਼ਟਰਪਤੀ ਜ਼ੈਲੈਂਸਕੀ ਨੇ। ਉਹਨਾਂ ਨੇ ਯੂਕਰੇਨੀਆਂ ਨੂੰ ਆਖਿਆ ਕਿ ਮੈਂ ਮੁਲਕ ਤੋਂ ਬਾਹਰ ਨਹੀਂ, ਕਿਸੇ ਵੀ ਤਰ੍ਹਾਂ ਦੀਆਂ ਖਬਰਾਂ ਤੇ ਵਿਸ਼ਵਾਸ ਨਾ ਕਰਿਓ ਕਿ ਮੈਂ ਮੁਲਕ ਤੋਂ ਬਾਹਰ ਚਲਾ ਗਿਆ। ਉਹ ਕਹਿੰਦਾ ਨਾ ਮੈਂ ਕਿਤੇ ਲੁਕਿਆ ਹਾਂ, ਨਾ ਮੈਂ ਯੂਕਰੇਨ ਤੋਂ ਕਿਤੇ ਬਾਹਰ ਗਿਆ। ਅਸਲ ਦੇ ਵਿੱਚ ਉਹਨਾਂ ਨੇ ਇੱਕ ਵੀਡੀਓ ਸੁਨੇਹਾ ਭੇਜਿਆ ਤੇ ਰਾਜਧਾਨੀ ਕੀਵ ਦੇ ਵਿੱਚ ਜਿਹੜਾ ਉਹਨਾਂ ਦਾ ਦਫ਼ਤਰ ਹੈ, ਉਹਦੇ ਤੋਂ ਜਿਹੜੀ ਉਹ ਵੀਡੀਓ ਰਿਕਾਰਡਿੰਗ ਕੀਤੀ ਗਈ ਹੈ, ਪੂਰੇ ਸ਼ਹਿਰ ਦੀ ਝਲਕ ਵੀ ਉਸ ਵੀਡੀਓ ਵਿੱਚ ਦਿਖਾਈ ਗਈ ਹੈ। ਉਹਨਾਂ ਨੇ ਦੱਸਿਆ, ਮੈਂ ਕਿਤੇ ਨਹੀਂ ਗਿਆ, ਤੁਹਾਡੇ ਵਿਚਕਾਰ ਤੇ ਰਾਜਧਾਨੀ ਕੀਵ ਦੇ ਵਿੱਚ ਹੀ ਹਾਂ, ਨਾ ਮੈਂ ਡਰੇ ਹਾਂ ਨਾ ਮੈਂ ਲੁਕੇ ਹਾਂ। ਉਹ ਕਹਿੰਦੇ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਸਾਰੇ ਨਿਡਰਤਾ ਦੇ ਨਾਲ ਜਿਸ ਤਰ੍ਹਾਂ ਤੁਸੀਂ ਸਾਹਮਣਾ ਕਰ ਰਹੇ ਹੋ, ਤੁਹਾਨੂੰ ਸ਼ਾਬਾਸ਼। ਇਹ ਵੀ ਪਤਾ ਲੱਗਿਆ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਬਰਤਾਨੀਆ ਦੀ ਸੰਸਦ ਨੂੰ ਸੰਬੋਧਨ ਕੀਤਾ ਹੈ। ਬਰਤਾਨਵੀ ਸੰਸਦ ਨੂੰ ਸੰਬੋਧਨ ਕਰਦੇ ਹੋਏ ਜ਼ੈਲੈਂਸਕੀ ਨੇ ਆਖਿਆ ਕਿ ਰੂਸ ਨੂੰ ਅੱਤਵਾਦੀ ਮੁਲਕ ਐਲਾਨ ਦੇਣਾ ਚਾਹੀਦਾ ਹੈ। ਉਹਨਾਂ ਨੇ ਆਖਿਆ ਕਿ ਜੇਕਰ ਦੁਨੀਆ ਦੂਰ ਖੜ ਕੇ ਸਿਰਫ ਤੱਕਦੀ ਰਹੀ, ਸਾਡੇ ਹੱਕ 'ਚ ਆ ਕੇ ਨਾ ਖੜੀ, ਤਾਂ ਅਸੀਂ ਸਾਰੇ ਹਾਰ ਜਾਵਾਂਗੇ। ਅਸੀਂ ਆਪਣੇ ਵਜੂਦ ਦੀ, ਅਸੀਂ ਆਪਣੇ ਅਧਿਕਾਰਾਂ ਦੀ ਲੜਾਈ ਲੜ ਰਹੇ ਹਾਂ। ਦੁਨੀਆ ਨੂੰ ਇਸ ਵਕਤ ਸਾਡੀ ਮਦਦ ਕਰਨੀ ਚਾਹੀਦੀ ਹੈ। ਜ਼ੈਲੈਂਸਕੀ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਧੰਨਵਾਦ ਕੀਤਾ। ਧੰਨਵਾਦ ਮੱਥੇ ਤੇ ਬੋਲਦਿਆਂ ਉਹਨਾਂ ਨੇ ਆਖਿਆ ਕਿ ਸਾਨੂੰ ਰੂਸ ਦੇ ਖਿਲਾਫ ਹੋਰ ਪਾਬੰਦੀਆਂ ਵਧਾਉਣੀਆਂ ਚਾਹੀਦੀਆਂ ਨੇ, ਰੂਸ ਦੇ ਉੱਤੇ ਦਬਾਅ ਬਣਾਉਣਾ ਚਾਹੀਦਾ ਹੈ। ਤੇ ਹੁਣ ਇਹ ਵੀ ਪਤਾ ਲੱਗਿਆ ਕਿ ਇਸ ਜ਼ੈਲੈਂਸਕੀ ਦੇ ਭਾਸ਼ਣ ਤੋਂ ਬਾਅਦ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਪੋਲੈਂਡ, ਹੰਗਰੀ, ਸਲੋਵਾਕੀਆ ਤੇ ਚੈੱਕ ਗਣਰਾਜ ਦੇ ਆਗੂਆਂ ਦੇ ਨਾਲ ਵੀ ਇਸ ਜੰਗ ਯੁੱਧ ਦੇ ਬਾਬਤ ਮੀਟਿੰਗ ਕੀਤੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰੂਸ ਨੇ ਨਾਲ ਦੀ ਨਾਲ ਚੇਤਾਵਨੀ ਫਿਰ ਦੇ ਦਿੱਤੀ ਹੈ। ਰੂਸ ਨੇ ਚੇਤਾਵਨੀ ਇਹ ਦਿੱਤੀ ਹੈ ਕਿ ਜੋ ਜਰਮਨੀ ਨੂੰ ਜਾ ਰਹੀ ਗੈਸ ਪਾਈਪਲਾਈਨ ਹੈ, ਉਹਨੂੰ ਅਸੀਂ ਕਿਸੇ ਵਕਤ ਵੀ ਬੰਦ ਕਰ ਸਕਦੇ ਹਾਂ। ਜੇ ਰੂਸ ਵੱਲੋਂ ਇਹ ਸਪਲਾਈ ਚੇਨ ਬੰਦ ਕਰ ਦਿੱਤੀ ਗਈ, ਇਹ ਗੈਸ ਸਪਲਾਈ ਬੰਦ ਕਰ ਦਿੱਤੀ ਗਈ, ਤਾਂ ਦੁਨੀਆ ਦੇ ਉੱਤੇ ਵਿਨਾਸ਼ਕਾਰੀ ਨਤੀਜੇ ਹੋਣਗੇ ਜਿਹੜੇ ਉਹਨੂੰ ਭੁਗਤਣੇ ਪੈਣਗੇ। ਤੇਲ ਦੀਆਂ ਕੀਮਤਾਂ ਇੰਡੀਆ ਵਿੱਚ, ਭਾਰਤ ਵਿੱਚ ਤਾਂ ਸ਼ਾਇਦ ਆ ਨਤੀਜਿਆਂ ਦਾ ਇੰਤਜ਼ਾਰ ਕਰ ਰਹੀਆਂ ਸੀ, ਇਲੈਕਸ਼ਨ ਦਾ ਇੰਤਜ਼ਾਰ ਕਰ ਰਹੀਆਂ ਸੀ। ਕਿਸੇ ਵਕਤ ਵੀ ਇਹ ਤੁਹਾਡੇ ਤੇ ਬੰਬ ਡਿੱਗ ਸਕਦਾ ਕਿ ਕੀਮਤਾਂ ਵੱਧ ਗਈਆਂ। ਪਰ ਸਾਡੇ ਆਪਣੇ ਇਹਨਾਂ ਮੁਲਕਾਂ ਵਿੱਚ ਆਲਰੇਡੀ ਕੀਮਤਾਂ ਰੋਜ਼ ਵੱਧ ਰਹੀਆਂ ਨੇ।
ਜਿਹੜੀ ਗੈਸ 1 ਲੀਟਰ $1.70-75 ਨੂੰ ਹੋਇਆ ਕਰਦੀ ਸੀ, ਉਹ $2.10 ਤੋਂ ਉੱਤੇ ਹੋ ਗਈ ਹੈ। ਤੇ ਕੱਚੇ ਤੇਲ ਦੀਆਂ ਕੀਮਤਾਂ ਦਾ ਪਤਾ ਲੱਗ ਰਿਹਾ ਹੈ ਕਿ ਜੇਕਰ ਇਹ ਸਪਲਾਈ ਗੈਸ ਪਾਈਪਲਾਈਨ ਬੰਦ ਕਰਦੇ ਹੈ ਤਾਂ $300 ਅਮਰੀਕੀ ਡਾਲਰ ਦਾ ਮੈਂ ਜ਼ਿਕਰ ਕਰ ਰਿਹਾ ਪ੍ਰਤੀ ਬੈਰਲ ਦੇ ਹਿਸਾਬ ਨਾਲ ਕੱਚੇ ਤੇਲ ਦੀਆਂ ਕੀਮਤਾਂ ਜਾ ਸਕਦੀਆਂ ਨੇ। ਸੋ ਇਹਦੇ ਨਾਲ ਇਕੱਲਾ ਤੇਲ ਨਹੀਂ ਵਧਣਾ, ਹਰ ਇੱਕ ਚੀਜ਼ ਮਹਿੰਗੀ ਹੋਏਗੀ ਅਤੇ ਮਹਿੰਗਾਈ ਨੇ ਪਹਿਲਾਂ ਹੀ ਲੋਕਾਂ ਦਾ ਲੱਕ ਤੋੜਿਆ ਪਿਆ। ਇਸ ਕਰਕੇ ਆਲਮੀ ਪੱਧਰ ਦੇ ਉੱਤੇ ਭਾਵੇਂ ਕੋਈ ਰੂਸ ਪੱਖੀ ਹੈ, ਭਾਵੇਂ ਕੋਈ ਯੂਕਰੇਨ ਪੱਖੀ ਹੈ, ਉਹਨਾਂ ਨੂੰ ਦਬਾਅ ਪਾਉਣਾ ਚਾਹੀਦਾ ਦੋਵਾਂ ਮੁਲਕਾਂ ਦੇ ਉੱਤੇ ਕਿ ਇਹ ਜੰਗ, ਇਹ ਯੁੱਧ ਬੰਦ ਹੋਵੇ ਤਾਂ ਕਿ ਸ਼ਾਂਤੀ ਵੀ ਬਣੀ ਰਹੇ, ਮਹਿੰਗਾਈ ਦੀ ਮਾਰ ਤੋਂ ਵੀ ਦੁਨੀਆ ਬਚੇ ਅਤੇ ਜਿਨ੍ਹਾਂ ਦੀਆਂ ਜਾਨਾਂ ਜਾ ਰਹੀਆਂ ਨੇ, ਭਾਵੇਂ ਉਹ ਫੌਜੀ ਯੂਕਰੇਨ ਦੇ ਨੇ, ਭਾਵੇਂ ਰੂਸ ਦੇ ਨੇ, ਭਾਵੇਂ ਯੂਕਰੇਨ ਦੇ ਆਮ ਸਿਵਲੀਅਨ ਨੇ, ਨਾਗਰਿਕ ਨੇ, ਉਹ ਬੇਕਸੂਰੋਂ ਮਰ ਰਹੇ ਨੇ ਤਾਂ ਕਿ ਲੋਕਾਂ ਦੀ ਜਾਨ ਬਚ ਸਕੇ। ਹੁਣ ਗੱਲਬਾਤ ਤਾਂ ਪਹਿਲਾਂ ਵੀ ਹੋਈ, ਆ ਤੀਸਰੇ ਦੌਰ ਦੀ ਗੱਲਬਾਤ ਇੱਕ ਵਾਰ ਫਿਰ ਤੋਂ ਹੋਈ ਹੈ, ਪਰ ਕਿਸੇ ਤਣ ਪੱਤਣ ਨਹੀਂ ਲੱਗ ਸਕੀ। ਇਹ ਜਿਹੜੀ ਆਖਰੀ ਦੌਰ ਦੀ ਗੱਲਬਾਤ ਸੀ, ਤੀਸਰੀ, ਹਾਲੇ ਚੌਥੀ ਪਤਾ ਨਹੀਂ ਕਦੋਂ ਹੋਣੀ ਹੈ, ਕਿੱਥੇ ਹੋਣੀ ਹੈ। ਇਹ ਗੱਲਬਾਤ ਬੇਲਾਰੂਸ ਤੇ ਪੋਲੈਂਡ ਦੀ ਸਰਹੱਦ ਤੇ ਤਕਰੀਬਨ ਪਤਾ ਲੱਗਿਆ ਕਿ 3 ਘੰਟੇ ਚੱਲੀ। ਰੂਸ ਦੇ ਵਫਦ ਦੇ ਅਨੁਸਾਰ ਭਾਵੇਂ ਗੱਲਬਾਤ ਸਿਆਸੀ ਅਤੇ ਫੌਜੀ ਪੱਖਾਂ ਦੇ ਉੱਤੇ ਕੇਂਦਰਿਤ ਰਹੀ, ਪਰ ਗੱਲਬਾਤ ਕਾਫੀ ਔਖੀ ਵੀ ਸੀ ਤੇ ਹਾਲੇ ਕਿਸੇ ਸਕਾਰਾਤਮਕ ਸਿੱਟੇ ਦੀ ਉਮੀਦ ਕਰਨੀ ਵੀ ਉਹਨਾਂ ਨੇ ਆਖਿਆ ਕਿ ਜਲਦਬਾਜ਼ੀ ਹੋਏਗੀ। ਇਹ ਜ਼ਰੂਰ ਜਾਣਕਾਰੀ ਦਿੱਤੀ ਗਈ ਕਿ ਰੂਸੀ ਵਫਦ ਵੱਡੀ ਗਿਣਤੀ ਵਿੱਚ ਕੁਝ ਦਸਤਾਵੇਜ਼ ਨਾਲ ਲੈ ਕੇ ਆਇਆ ਸੀ, ਜਿਹਦੇ ਵਿੱਚ ਕੁਝ ਪੁਰਾਣੇ ਹੋਏ ਸਮਝੌਤੇ ਸਨ। ਯੂਕਰੇਨੀ ਵਫਦ ਨੇ ਇਹਨਾਂ ਸਮਝੌਤਿਆਂ ਦੇ ਉੱਤੇ ਉਸੇ ਵਕਤ ਤਾਂ ਕੁਝ ਆਪਣੀ ਪ੍ਰਤੀਕਿਰਿਆ ਨਹੀਂ ਦਿੱਤੀ, ਪਰ ਉਹ ਕਹਿੰਦੇ ਅਸੀਂ ਇਹਨਾਂ ਨੂੰ ਨਾਲ ਲੈ ਕੇ ਜਾ ਰਹੇ ਹਾਂ, ਇਹਨਾਂ ਦੀ ਸਮੀਖਿਆ ਕਰਾਂਗੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਜਾ ਸਕੇ। ਪਰ ਨਾਲ ਗੱਲਬਾਤ ਦੇ ਵਿੱਚੋਂ ਇੰਨਾ ਕੁ ਨਤੀਜਾ ਜ਼ਰੂਰ ਨਿਕਲਿਆ ਸੀ ਕਿ ਦੋਵੇਂ ਮੁਲਕ ਇਸ ਗੱਲ ਤੇ ਜ਼ਰੂਰ ਸਹਿਮਤ ਹੋਏ ਸੀ ਕਿ ਸੁਰੱਖਿਅਤ ਲਾਂਘਾ ਨਾਗਰਿਕਾਂ ਨੂੰ ਦਿੱਤਾ ਜਾਵੇ ਜਿਹੜੇ ਜੰਗ ਵਿੱਚ ਇਸ ਵਕਤ ਘਿਰੇ ਹੋਏ ਨੇ। ਬਹੁਤ ਸਾਰੇ ਯੂਕਰੇਨੀ ਲੋਕ ਜਿਹੜੇ ਵੱਖੋ ਵੱਖ ਸ਼ਹਿਰਾਂ ਦੇ ਵਿੱਚੋਂ ਯੂਕਰੇਨ ਦੇ ਵਿੱਚੋਂ ਬਾਹਰ ਜਾਣਾ ਚਾਹੁੰਦੇ ਨੇ, ਉਹਨਾਂ ਨੂੰ ਸੁਰੱਖਿਅਤ ਲਾਂਘਾ ਦਿੱਤਾ ਗਿਆ ਤਾਂ ਕਿ ਉੱਥੋਂ ਨਿਕਲ ਸਕਣ। ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਰੂਸ ਦੇ ਹਮਲੇ ਜਿਹੜੇ ਹੋਏ ਨੇ, ਰੂਸ ਨੇ ਜਿਹੜੇ ਹਮਲੇ ਯੂਕਰੇਨ ਤੇ ਕੀਤੇ ਨੇ, ਉਹਦੇ ਤੋਂ ਬਾਅਦ ਯੂਕਰੇਨ ਦੇ ਸ਼ਰਨਾਰਥੀਆਂ ਦੀ ਗਿਣਤੀ 20 ਲੱਖ ਨੂੰ ਪਾਰ ਕਰ ਚੁੱਕੀ ਹੈ। 2 ਮਿਲੀਅਨ ਤੋਂ ਲੋਕ ਜ਼ਿਆਦਾ ਯੂਕਰੇਨ ਛੱਡ ਚੁੱਕੇ ਨੇ। ਰੂਸੀ ਹਮਲੇ ਦੇ ਕਾਰਨ ਬਹੁਤ ਸਾਰੇ ਯੂਕਰੇਨ ਦੇ ਲੋਕ ਹਾਲੇ ਵੀ ਵੱਖੋ ਵੱਖ ਸ਼ਹਿਰਾਂ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ ਵਾਸਤੇ ਹੁਣ ਦਿਨ ਕੱਟੀ ਕਰਨੀ, ਦਿਨ ਗੁਜ਼ਾਰਨਾ ਬੜਾ ਮੁਸ਼ਕਲ ਹੋ ਗਿਆ। ਉਹਨਾਂ ਕੋਲ ਨਾ ਕੋਈ ਪੀਣ ਵਾਲਾ ਪਾਣੀ ਬਚਿਆ ਤੇ ਨਾ ਖਾਣ ਪੀਣ ਦੇ ਪਦਾਰਥ ਨੇ, ਤੇ ਨਾਲ ਨਾਲ ਜਿਹੜੇ ਬਿਮਾਰ ਲੋਕ ਨੇ, ਜ਼ਖਮੀ ਲੋਕ ਨੇ, ਉਹਨਾਂ ਨੂੰ ਦਵਾਈਆਂ ਦੀ ਕਮੀ ਵੀ ਪੇਸ਼ ਆ ਰਹੀ ਹੈ। ਤੇ ਇਸ ਤੋਂ ਪਹਿਲਾਂ ਵੀ, ਕੁਝ ਦਿਨ ਪਹਿਲਾਂ ਵੀ ਰੂਸ ਤੇ ਯੂਕਰੇਨ ਦੇ ਵਿਚਕਾਰ ਜੰਗਬੰਦੀ ਲਈ ਸਹਿਮਤੀ ਬਣੀ ਸੀ, ਪਰ ਕੁਝ ਸਮੇਂ ਤੋਂ ਬਾਅਦ ਹੀ ਟੁੱਟ ਗਈ ਸੀ। ਪਰ ਹੁਣ ਇਸ ਜੰਗਬੰਦੀ ਤੋਂ ਬਾਅਦ ਪਤਾ ਲੱਗਿਆ ਸੀ ਕਿ ਕੁਝ ਪੀਲੇ ਰੰਗ ਦੀਆਂ ਬੱਸਾਂ ਦੇਖੀਆਂ ਗਈਆਂ, ਉਹਨਾਂ ਦੇ ਉੱਤੇ ਰੈੱਡ ਕਰਾਸ ਦੇ ਨਿਸ਼ਾਨ ਬਣੇ ਹੋਏ ਸੀ। ਸੂਮੀ ਸ਼ਹਿਰ ਤੋਂ ਵੀ ਬਹੁਤ ਸਾਰੇ ਲੋਕਾਂ ਨੂੰ ਉਹਨਾਂ ਨੇ ਬਾਹਰ ਕੱਢਿਆ। ਕੁਝ ਬੱਸਾਂ ਮਾਰੀਓਪੋਲ ਦੀ ਦੱਖਣੀ ਬੰਦਰਗਾਹ ਵੱਲ ਵੀ ਜਾਂਦੀਆਂ ਲੋਕਾਂ ਨੇ ਵੇਖੀਆਂ। ਸੂਮੀ ਨੂੰ ਗ੍ਰੀਨ ਕੋਰੀਡੋਰ ਦਿੱਤਾ ਗਿਆ, ਜਿਸ ਦੇ ਕਾਰਨ ਭਾਰਤ ਦੇ 694 ਜਿਹੜੇ ਵਿਦਿਆਰਥੀ ਉੱਥੇ ਫਸੇ ਹੋਏ ਸੀ, ਉਹਨਾਂ ਨੂੰ ਵੀ ਭਾਰਤ ਸਰਕਾਰ ਉੱਥੋਂ ਕੱਢਣ ਦੇ ਵਿੱਚ ਕਾਮਯਾਬ ਹੋਈ ਹੈ। ਤੇ ਯੂਕਰੇਨ ਦੇ ਉੱਤੇ ਇਹ ਜਿਹੜਾ ਰੂਸੀ ਹਮਲਾ ਹੈ, ਉਹਨੂੰ ਤਕਰੀਬਨ ਹੁਣ 2 ਹਫ਼ਤੇ ਹੋ ਚੱਲੇ ਹੈ, 13 ਦਿਨ ਹੋ ਚੁੱਕੇ ਨੇ। ਯੂਕਰੇਨੀ ਫੌਜੀਆਂ ਤੇ ਵਲੰਟੀਅਰਾਂ ਨੇ ਪਤਾ ਲੱਗਿਆ ਕਿ ਰਾਜਧਾਨੀ ਕੀਵ ਦੇ ਆਲੇ ਦੁਆਲੇ ਕਿਲਾਬੰਦੀ ਕੀਤੀ ਹੋਈ ਹੈ, ਨਾਕੇ ਲਾਏ ਹੋਏ ਨੇ, ਬੈਰੀਕੇਡਿੰਗ ਕੀਤੀ ਹੋਈ ਹੈ। ਹਾਲਾਂਕਿ ਕੀਵ ਦੇ ਵਿੱਚ ਵੀ, ਕੀਵ ਦੇ ਨੇੜਲੇ ਇਲਾਕਿਆਂ ਦੇ ਵਿੱਚ ਵੀ ਅਤੇ ਹੋਰ ਬਹੁਤ ਸਾਰੇ ਸ਼ਹਿਰ ਨੇ ਜਿਨ੍ਹਾਂ ਦੇ ਉੱਤੇ ਬੰਬਾਰੀ ਹੋ ਰਹੀ ਹੈ। ਤੇ ਮਾਰੀਓਪੋਲ ਸ਼ਹਿਰ ਦੇ ਵਿੱਚ ਤਾਂ ਹਾਲਾਤ ਕਹਿੰਦੇ ਇੰਨੇ ਕੁ ਮਾੜੇ ਹੋ ਚੁੱਕੇ ਨੇ ਕਿ ਲੋਕਾਂ ਨੂੰ ਜ਼ਰੂਰੀ ਵਸਤਾਂ ਖਾਣ ਪੀਣ ਵਾਲੀਆਂ ਵੀ ਨਹੀਂ ਮਿਲਦੀਆਂ। ਉਹ ਜਦੋਂ ਖਾਣ ਪੀਣ ਦੀਆਂ ਵਸਤਾਂ ਦੀ ਭਾਲ ਦੇ ਵਿੱਚ ਨਿਕਲਦੇ ਨੇ ਤਾਂ ਬਹੁਤ ਸਾਰੇ ਲੋਕ ਉੱਥੋਂ ਦੇ ਹੁਣ ਸਟੋਰ ਲੁੱਟਣ ਲੱਗੇ ਹੋਏ ਨੇ। ਰੂਸ ਯੂਕਰੇਨ ਦੇ ਵਫਦ ਦੀ ਇਸ ਗੱਲਬਾਤ ਤੋਂ ਬਾਅਦ ਅਗਲੀ ਗੱਲਬਾਤ ਕਦੋਂ ਕੀਤੀ ਜਾਏਗੀ, ਉਸ ਗੱਲਬਾਤ ਦੇ ਕੀ ਨਤੀਜੇ ਨਿਕਲ ਸਕਣਗੇ, ਇਹਦੇ ਬਾਬਤ ਹਾਲੇ ਅਧਿਕਾਰਤ ਤੌਰ ਤੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਰ ਵੱਖੋ ਵੱਖ ਮੁਲਕਾਂ ਨੂੰ ਜ਼ੈਲੈਂਸਕੀ ਅਪੀਲ ਜ਼ਰੂਰ ਕਰ ਰਹੇ ਨੇ ਕਿ ਸਾਡੇ ਹੱਕ ਵਿੱਚ ਆ ਕੇ ਖੜੋ ਤਾਂ ਕਿ ਆਪਾਂ ਇਸ ਜੰਗ ਯੁੱਧ ਤੋਂ ਮੁਲਕ ਨੂੰ ਬਾਹਰ ਕੱਢ ਸਕੀਏ। ਹੁਣ ਇਹਨੂੰ ਕੱਢਣ ਦੇ ਲਈ ਸਿੱਧੇ ਤੌਰ ਤੇ ਤਾਂ ਕੋਈ ਮਦਦ ਨਹੀਂ ਕਰ ਰਿਹਾ। ਵਿੰਗੇ ਟੇਢੇ ਤਰੀਕੇ ਦੇ ਨਾਲ ਵੱਖੋ ਵੱਖ ਮੁਲਕ, ਪੱਛਮੀ ਮੁਲਕ, ਅਮਰੀਕਨ ਮੁਲਕ, ਇਹ ਉਹਦੀ ਮਦਦ ਜ਼ਰੂਰ ਕਰ ਰਹੇ ਨੇ। ਹੁਣ 13 ਦਿਨ ਹੋ ਚੁੱਕੇ ਨੇ ਉੱਥੇ ਜੰਗ ਲੱਗੀ ਨੂੰ
ਅਮਰੀਕਾ ਵੀ, ਬਰਤਾਨੀਆ ਵੀ ਤੇ ਇਹਨਾਂ ਦੇ ਕੁਝ ਹੋਰ ਸਹਿਯੋਗੀ ਮੁਲਕ ਵੀ ਨੇ, ਉਹ ਰੂਸੀ ਰਾਸ਼ਟਰਪਤੀ ਪੁਤਿਨ ਨੂੰ ਘੇਰਨ ਦੇ ਵਾਸਤੇ ਲਗਾਤਾਰ ਆਪਣਾ ਘੇਰਾ ਵਿਸ਼ਾਲ ਕਰ ਰਹੇ ਤੇ ਪਾਬੰਦੀਆਂ ਵਧਾ ਰਹੇ ਨੇ। ਖਬਰ ਮਿਲ ਰਹੀ ਹੈ ਕਿ ਅਮਰੀਕਾ ਨੇ ਹੁਣ ਰੂਸ ਤੇ ਗੈਸ ਅਤੇ ਤੇਲ ਤੇ ਨਾਲ ਕੋਇਲਾ ਜਿਹੜਾ ਇੰਪੋਰਟ ਕੀਤਾ ਜਾਂਦਾ ਸੀ ਉਹਦੇ ਤੇ ਪਾਬੰਦੀ ਲਗਾਉਣ ਦਾ ਐਲਾਨ ਕਰ ਦਿੱਤਾ ਹੈ, ਕਿਉਂਕਿ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਅਮਰੀਕਾ ਨੂੰ ਕਿ ਤੁਸੀਂ ਤੇਲ ਖਰੀਦੀ ਜਾਂਦੇ ਹੋ, ਪਾਬੰਦੀਆਂ ਕਾਹਦੀਆਂ। ਪਰ ਹੁਣ ਅਮਰੀਕਾ ਨੇ ਇਹਨਾਂ ਪਦਾਰਥਾਂ ਦੇ ਉੱਤੇ ਪਾਬੰਦੀ ਦਾ ਐਲਾਨ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਆਖਿਆ ਹੈ ਕਿ ਦੁਨੀਆ ਦੇ ਇਤਿਹਾਸ ਦੇ ਵਿੱਚ ਅਸੀਂ ਸਭ ਤੋਂ ਵੱਡੀ ਆਰਥਿਕ ਪਾਬੰਦੀ ਲਗਾ ਰਹੇ ਹਾਂ, ਇਹਦੇ ਨਾਲ ਰੂਸ ਦੀ ਆਰਥਿਕਤਾ ਨੂੰ ਵੱਡੇ ਪੱਧਰ ਤੇ ਨੁਕਸਾਨ ਹੋਊ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰੂਸੀ ਫੌਜੀਆਂ ਨੇ ਜੰਗਬੰਦੀ ਦੇ ਐਲਾਨ ਤੋਂ ਬਾਅਦ ਵੀ ਸੂਮੀ ਦੇ ਕਈ ਰਿਹਾਇਸ਼ੀ ਇਲਾਕਿਆਂ ਤੇ ਮਿਜ਼ਾਈਲ ਦੇ ਨਾਲ ਹਮਲੇ ਕੀਤੇ ਨੇ, ਜਿਹਦੇ ਕਰਕੇ 2 ਬੱਚਿਆਂ ਸਮੇਤ 21 ਲੋਕਾਂ ਦੀ ਮੌਤ ਹੋ ਗਈ ਹੈ। ਤੇ ਦੂਸਰੇ ਪਾਸੇ ਯੂਕਰੇਨ ਨੇ ਇਹ ਦਾਅਵਾ ਕੀਤਾ ਹੈ ਕਿ ਹੁਣ ਤੱਕ ਅਸੀਂ 12,000 ਤੋਂ ਵੱਧ ਰੂਸੀ ਫੌਜੀ ਮਾਰ ਦਿੱਤੇ ਹੈ ਤੇ ਨਾਲ ਹੀ ਰੂਸ ਦੇ 300 ਤੋਂ ਜ਼ਿਆਦਾ ਟੈਂਕ, 303 ਗਿਣਤੀ ਦੱਸੀ ਉਹਨਾਂ ਨੇ ਕਿ 303 ਟੈਂਕ ਅਤੇ 48 ਲੜਾਕੂ ਜਹਾਜ਼ ਵੀ ਤਬਾਹ ਕਰ ਦਿੱਤੇ ਹੈ। ਹੁਣ ਰੂਸੀ ਬੰਬਾਰੀ ਹੋ ਰਹੀ ਹੈ। ਯੂਕਰੇਨ ਦੇ ਲੋਕ ਆਪਣੀਆਂ ਜਾਨਾਂ ਬਚਾਉਣ ਦੇ ਵਾਸਤੇ ਯੂਕਰੇਨ ਨੂੰ ਛੱਡ ਰਹੇ ਨੇ ਤੇ ਯੂਕਰੇਨ ਨੂੰ ਛੱਡਣ ਵਾਲਿਆਂ ਦੇ ਵਿੱਚ ਬਹੁਤੇ ਬੱਚੇ ਨੇ, ਬਜ਼ੁਰਗ ਨੇ, ਇੱਥੋਂ ਤੱਕ ਕਿ ਬਹੁਤ ਸਾਰੇ ਬਿਮਾਰ ਵਿਅਕਤੀ ਵੀ ਯੂਕਰੇਨ ਨੂੰ ਛੱਡ ਕੇ ਜਾ ਰਹੇ ਨੇ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸ ਨੇ ਹੁਣ ਤੱਕ 203 ਸਕੂਲ, 34 ਹਸਪਤਾਲ ਵੀ ਤਬਾਹ ਕਰ ਦਿੱਤੇ ਆ ਤੇ ਬੀਤੇ ਦਿਨੀ ਖਬਰਾਂ ਆਈਆਂ ਸੀ ਕਿ ਕਈ ਏਅਰਪੋਰਟ ਵੀ ਤਬਾਹ ਕਰ ਦਿੱਤੇ ਆ। ਭਾਵ ਇਸ ਵਕਤ ਜਿਹੜੇ ਵਿਦਿਆਰਥੀ ਯੂਕਰੇਨ ਤੋਂ ਵਾਪਸ ਪਰਤੇ ਆ, ਉਹ ਵਿਦਿਆਰਥਣਾਂ ਦੱਸ ਰਹੇ ਨੇ ਕਿ ਉੱਥੇ ਤਬਾਹੀ ਦੇਖੀ ਨਹੀਂ ਜਾ ਰਹੀ। ਆਲੇ ਦੁਆਲੇ ਸੜਕ ਤੇ ਨਜ਼ਰ ਮਾਰਦਿਆਂ ਲਾਸ਼ਾਂ ਨਜ਼ਰ ਆ ਰਹੀਆਂ ਨੇ। ਉੱਥੇ ਲੋਕ ਸਿਵਲ ਵਾਰ ਵੀ ਲਾ ਰਹੇ ਨੇ, ਇੱਕ ਦੂਸਰੇ ਨੂੰ ਲੜਦੇ ਝਗੜਦੇ ਵੀ ਨਜ਼ਰ ਆ ਰਹੇ ਨੇ। ਯੂਕਰੇਨ ਦੇ ਹਾਲਾਤ ਦਿਨ ਪ੍ਰਤੀ ਦਿਨ ਵਿਗੜ ਰਹੇ ਨੇ। ਪਰ ਆਹ ਖਬਰ ਸੱਚਮੁੱਚ ਤੁਹਾਨੂੰ ਹੋ ਸਕਦਾ ਕਿ ਚੌਂਕਾ ਕੇ ਰੱਖ ਦੇਵੇ। ਬੀਤੇ ਦਿਨੀ ਇੱਕ ਖਬਰ ਪੰਜਾਬ ਬੋਲਦਾ 'ਚ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਅੰਮ੍ਰਿਤਸਰ ਦੇ ਨੇੜੇ ਦੇ ਕੁਝ ਸਾਬਕਾ ਫੌਜੀ ਨੇ ਜਿਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਅਸੀਂ ਯੂਕਰੇਨ ਦੀ ਮਦਦ ਕਰਨਾ ਚਾਹੁੰਦੇ ਹਾਂ, ਸਾਨੂੰ ਯੂਕਰੇਨ ਜਾਣ ਵਾਸਤੇ ਗ੍ਰੀਨ ਸਿਗਨਲ ਦਿੱਤਾ ਜਾਵੇ। ਪਰ ਤਾਮਿਲਨਾਡੂ ਦਾ ਇੱਕ ਨੌਜਵਾਨ ਹੈ, ਖਬਰ ਮਿਲ ਰਹੀ ਹੈ ਕਿ ਯੂਕਰੇਨ ਦੀ ਫੌਜ ਦੇ ਵਿੱਚ ਸ਼ਾਮਲ ਹੋ ਗਿਆ ਤੇ ਇਸ ਵਕਤ ਰੂਸ ਦੇ ਖਿਲਾਫ ਉਹ ਲੜ ਰਿਹਾ ਹੈ। ਤੇ ਇਹ ਵੀ ਪਤਾ ਲੱਗਿਆ ਕਿ ਇਸ ਨੌਜਵਾਨ ਨੇ ਜਦੋਂ ਉਹ ਭਾਰਤ ਵਿੱਚ ਹੁੰਦਾ ਸੀ 2 ਵਾਰ ਭਾਰਤੀ ਫੌਜ ਵਿੱਚ ਭਰਤੀ ਹੋਣ ਦੀ ਕੋਸ਼ਿਸ਼ ਕੀਤੀ ਸੀ, ਪਰ ਭਾਰਤੀ ਫੌਜ ਦੇ ਵਿੱਚ ਉਹ ਭਰਤੀ ਹੋਣ ਵਿੱਚ ਕਾਮਯਾਬ ਨਹੀਂ ਸੀ ਹੋ ਸਕਿਆ। ਕੇਂਦਰ ਸਰਕਾਰ ਨੂੰ ਕੁਝ ਖੁਫੀਆ ਰਿਪੋਰਟਾਂ ਮਿਲੀਆਂ ਸੀ। ਉਹਨਾਂ ਰਿਪੋਰਟਾਂ ਤੋਂ ਬਾਅਦ ਪਤਾ ਲੱਗਿਆ ਕਿ ਕੋਇੰਬਟੂਰ ਦਾ ਰਹਿਣ ਵਾਲਾ 21 ਵਰ੍ਹਿਆਂ ਦਾ ਤਾਮਿਲ ਨੌਜਵਾਨ, ਜਿਸ ਦਾ ਨਾਮ ਹੈ ਸਨਕੇਸ਼ ਰਵੀਚੰਦਰਨ, ਖਾਰਕੀਵ ਨੈਸ਼ਨਲ ਯੂਨੀਵਰਸਿਟੀ ਦੇ ਵਿੱਚ ਐਰੋਸਪੇਸ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ। ਤਾਮਿਲਨਾਡੂ ਦੀ ਪੁਲਿਸ ਨੇ ਦੱਸਿਆ ਕਿ ਕੇਂਦਰੀ ਇੰਟੈਲੀਜੈਂਸ ਬਿਊਰੋ ਦੇ ਅਧਿਕਾਰੀਆਂ ਨੇ ਕੁਝ ਦਿਨ ਪਹਿਲਾਂ ਸਨਕੇਸ਼ ਦੇ ਘਰ ਜਾ ਕੇ ਉਸ ਦੇ ਬਾਬਤ ਜਾਣਕਾਰੀ ਇਕੱਠੀ ਕੀਤੀ ਕਿ ਉਹ ਯੂਕਰੇਨੀ ਫੌਜ ਵਿੱਚ ਕਿਉਂ ਸ਼ਾਮਲ ਹੋਇਆ ਹੈ। ਪੁਲਿਸ ਅਧਿਕਾਰੀਆਂ ਦੇ ਦੱਸਣ ਦੇ ਮੁਤਾਬਕ ਉਹਦੇ ਮਾਪਿਆਂ ਨੇ ਦੱਸਿਆ ਕਿ ਉਹ ਫੌਜੀ ਅਤੇ ਹਥਿਆਰਬੰਦ ਸਿਖਲਾਈ ਦਾ ਸ਼ੌਕੀਨ ਸੀ। ਉਹ ਖਾਰਕੀਵ ਨੈਸ਼ਨਲ ਯੂਨੀਵਰਸਿਟੀ ਯੂਕਰੇਨ ਦੇ ਵਿੱਚ ਐਰੋਸਪੇਸ ਇੰਜੀਨੀਅਰਿੰਗ ਦਾ ਵਿਦਿਆਰਥੀ ਹੈ। ਖੁਫੀਆ ਅਧਿਕਾਰੀ ਜਦੋਂ ਘਰ ਪਹੁੰਚਣ ਤੋਂ ਬਾਅਦ ਹੀ ਉਹਦੇ ਪਿਤਾ ਨੂੰ ਪਤਾ ਲੱਗਿਆ ਕਿ ਉਹਨਾਂ ਦਾ ਪੁੱਤਰ ਯੂਕਰੇਨ ਦੀ ਫੌਜ ਦੇ ਵਿੱਚ ਭਰਤੀ ਹੋ ਗਿਆ। ਉਹ ਕਹਿੰਦੇ ਸਾਨੂੰ ਵੀ ਨਹੀਂ ਸੀ ਪਤਾ, ਸਾਡੇ ਲਈ ਤਾਂ ਉਹ ਉੱਥੇ ਪੜ੍ਹਨ ਗਿਆ ਹੋਇਆ। ਉਹਨਾਂ ਦੇ ਪਿਤਾ ਨੇ ਕਿਹਾ ਕਿ ਮੈਂ ਬੜਾ ਪਰੇਸ਼ਾਨ ਹੋ ਗਿਆ, ਮੈਂ ਸਰਕਾਰ ਨੂੰ ਬੇਨਤੀ ਕਰਦਾ ਕਿ ਮੇਰੇ ਪੁੱਤਰ ਨੂੰ ਵਾਪਸ ਭਾਰਤ ਲਿਆਂਦਾ ਜਾਵੇ। ਉਹ ਕਹਿੰਦੇ ਕੁਝ ਦਿਨ ਪਹਿਲਾਂ ਉਹਨੇ ਸਾਡੇ ਨਾਲ ਸੰਪਰਕ ਜ਼ਰੂਰ ਕੀਤਾ ਸੀ। ਸੰਪਰਕ ਕਰਕੇ ਸਿਰਫ ਇੰਨਾ ਦੱਸਿਆ ਸੀ ਕਿ ਮੈਂ ਯੂਕਰੇਨ ਦੇ ਵਿੱਚ ਹਾਂ ਅਤੇ ਯੂਕਰੇਨ ਦੇ ਵਿੱਚ ਸੁਰੱਖਿਅਤ ਹੈ, ਪਰ ਉਹਨੇ ਸਾਡੀ ਗੱਲ ਹੁਣ ਉਹਦੇ ਤੋਂ ਬਾਅਦ ਕੋਈ ਨਹੀਂ ਸੁਣੀ। ਪਰ ਇਹ ਆਪਣੇ ਆਪ ਦੇ ਵਿੱਚ ਇੱਕ ਅਜੀਬ ਖਬਰ ਹੈ ਕਿ ਪੜ੍ਹਨ ਗਿਆ ਵਿਦਿਆਰਥੀ ਇਸ ਵਕਤ ਯੂਕਰੇਨ ਦੀ ਫੌਜ ਦੇ ਵਿੱਚ ਭਰਤੀ ਹੋ ਕੇ ਰੂਸ ਦੇ ਖਿਲਾਫ ਜੰਗ ਦੇ ਮੈਦਾਨ ਦੇ ਵਿੱਚ ਕੁੱਦਿਆ ਹੋਇਆ ਹੈ। ਤੇ ਅਗਲੀ ਖਬਰ ਅੰਤਰਰਾਸ਼ਟਰੀ ਭਾਈਚਾਰੇ ਦੇ ਵਾਸਤੇ ਕਾਫੀ ਮਹੱਤਵਪੂਰਨ ਖਬਰ ਹੈ, ਕਿਉਂਕਿ ਜਦੋਂ ਤੋਂ ਕੋਵਿਡ ਆਇਆ, ਕੋਵਿਡ ਕਾਲ ਦੇ ਦੌਰਾਨ ਤਕਰੀਬਨ ਬਹੁਤ ਸਾਰੇ ਮੁਲਕਾਂ ਨੇ ਆਪੋ ਆਪਣੀਆਂ ਸਰਹੱਦਾਂ ਬੰਦ ਕਰ ਲਈਆਂ ਅਤੇ ਅੰਤਰਰਾਸ਼ਟਰੀ ਜਿਹੜੀਆਂ ਉਡਾਨਾਂ ਸੀ, ਫਲਾਈਟਸ ਸਨ, ਉਹਨਾਂ ਤੇ ਪਾਬੰਦੀਆਂ ਲਗਾ ਦਿੱਤੀਆਂ। ਹੁਣ ਇਹ 2-2.5 ਸਾਲ ਤੋਂ ਕੌਮਾਂਤਰੀ ਉਡਾਨਾਂ ਬੰਦ ਸੀ ਅਤੇ 27 ਮਾਰਚ ਤੋਂ ਮੁੜ ਇਹ ਉਡਾਨਾਂ ਸ਼ੁਰੂ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ।
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਇਹ ਉਡਾਨਾਂ 23 ਮਾਰਚ 2020 ਤੋਂ ਬੰਦ ਸੀ। ਏਅਰ ਬਬਲ ਕੀਤਾ ਗਿਆ ਸੀ ਬਹੁਤ ਸਾਰੇ ਮੁਲਕਾਂ ਦੇ ਨਾਲ। ਏਅਰ ਬਬਲ ਪ੍ਰਬੰਧਾਂ ਦੇ ਹੇਠ ਜੁਲਾਈ 2020 ਤੋਂ ਭਾਰਤ ਨੇ 37 ਮੁਲਕਾਂ ਦੇ ਵਿਚਕਾਰ ਵਿਸ਼ੇਸ਼ ਉਡਾਨਾਂ ਚਾਲੂ ਕੀਤੀਆਂ ਸੀ, ਪਰ ਉਹ ਲਿਮਟਡ ਸਨ। ਹੁਣ ਸ਼ਹਿਰੀ ਹਵਾਬਾਜ਼ੀ ਮੰਤਰੀ ਜੋਤਿਰਾਦਿੱਤਿਆ ਸਿੰਧੀਆ ਨੇ ਦੱਸਿਆ ਕਿ ਕੋਵਿਡ-19 ਦੇ ਕੇਸਿਸ ਦੇ ਵਿੱਚ ਲਗਾਤਾਰ ਕਮੀ ਆ ਰਹੀ ਹੈ। ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਤੇ ਹੁਣ ਭਾਰਤ ਨੂੰ ਭਰੋਸਾ ਹੈ ਕਿ ਇਹ ਖੇਤਰ ਨਵੀਆਂ ਉਚਾਈਆਂ ਫਿਰ ਤੋਂ ਛੂਹੇਗਾ। ਉਡਾਨਾਂ ਸ਼ੁਰੂ ਹੋ ਜਾਣੀਆਂ ਨੇ 27 ਮਾਰਚ ਤੋਂ। ਉਹਦੇ ਤੋਂ ਬਾਅਦ ਜਿਹੜਾ ਏਅਰ ਬੱਬਲ ਸਮਝੌਤਾ ਕੀਤਾ ਸੀ ਉਹ ਆਪਣੇ ਆਪ ਫਿਰ ਖਤਮ ਹੋ ਜਾਏਗਾ। ਏਅਰ ਬੱਬਲ ਪ੍ਰਬੰਧ ਜਿਹੜੇ ਕੀਤੇ ਗਏ ਸੀ ਉਹ ਦੋ ਮੁਲਕਾਂ ਦੇ ਦਰਮਿਆਨ ਪਾਬੰਦੀਆਂ ਦੇ ਨਾਲ ਕੁਝ ਸੀਮਿਤ, ਕੁਝ ਲਿਮਟਿਡ ਫਲਾਈਟਸ ਕੌਮਾਂਤਰੀ ਪੱਧਰ ਤੇ ਚਲਾਈਆਂ ਜਾਂਦੀਆਂ ਸੀ। ਤੇ ਨਾਲ ਇਹ ਵੀ ਪਤਾ ਲੱਗਿਆ ਕਿ ਕੱਲ ਜਦੋਂ ਮੰਗਲਵਾਰ ਲੰਘਿਆ, ਅੱਜ ਤੱਕ ਦੇ ਸਭ ਤੋਂ ਘੱਟ ਕਰੋਨਾ ਦੇ ਕੇਸ ਸਾਹਮਣੇ ਆਏ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇੱਕ ਬਿਆਨ ਜਾਰੀ ਕੀਤਾ ਹੈ ਕਿ 27 ਮਾਰਚ 2022 ਤੋਂ ਇਹ ਕੌਮਾਂਤਰੀ ਉਡਾਨਾਂ ਸ਼ੁਰੂ ਹੋ ਜਾਣਗੀਆਂ, ਪਰ ਗਾਈਡਲਾਈਨਸ ਦਾ ਮੁਕੰਮਲ ਤੌਰ ਤੇ ਧਿਆਨ ਰੱਖਿਆ ਜਾਵੇਗਾ। ਅਗਲੀ ਖਬਰ ਹੈ ਜਿਹੜੀ ਇਹ ਸੱਚਮੁੱਚ ਤੁਹਾਨੂੰ ਪਰੇਸ਼ਾਨ ਵੀ ਕਰ ਸਕਦੀ ਹੈ ਅਤੇ ਤੁਹਾਨੂੰ ਹੈਰਾਨ ਵੀ ਕਰ ਸਕਦੀ ਹੈ। ਹੋ ਸਕਦਾ ਕਿਸੇ ਨੂੰ ਹੈਰਾਨੀ ਨਾ ਵੀ ਹੋਵੇ, ਪਰ ਕਿੰਤੂ ਜ਼ਰੂਰ ਕਰੋਗੇ ਤੁਸੀਂ ਜੇਕਰ ਹੈਰਾਨ ਤੇ ਪਰੇਸ਼ਾਨ ਨਾ ਹੋਏ। ਬਿਕਰਮ ਸਿੰਘ ਮਜੀਠੀਆ ਅਕਾਲੀ ਦਲ ਦੇ ਵੱਡੇ ਆਗੂ ਨੇ ਤੇ ਅਦਾਲਤ ਦੇ ਵਿੱਚ ਉਹਨਾਂ ਦੀ ਕੱਲ ਪੇਸ਼ੀ ਸੀ। ਪੇਸ਼ ਕਰਨ ਵਾਸਤੇ ਉਹਨਾਂ ਨੂੰ ਲਿਆਂਦਾ ਗਿਆ। ਜਿਵੇਂ ਆਮ ਕੈਦੀ ਨੂੰ ਲਿਆਂਦਾ ਜਾਂਦਾ ਹੈ ਉਂਝ ਨਹੀਂ ਲਿਆਂਦੇ ਗਏ। VIP ਟ੍ਰੀਟਮੈਂਟ ਬਿਕਰਮ ਸਿੰਘ ਮਜੀਠੀਆ ਦੀ ਚਰਚਾ 'ਚ ਹੈ। ਹੋਰਨਾਂ ਕੈਦੀਆਂ ਨੂੰ ਪੁਲਿਸ ਇੱਕ ਨੀਲੇ ਰੰਗ ਦੀ ਬੱਸ 'ਚ ਲਿਆਉਂਦੀ ਹੈ। ਹੱਥ ਕੜੀਆਂ ਕਈ ਵਾਰੀ ਉਹਦੇ ਲੱਗੀਆਂ ਹੁੰਦੀਆਂ ਨੇ। ਜੇ ਕੋਈ ਖਤਰਨਾਕ ਮੁਲਜ਼ਮ ਹੋਵੇ ਉਹਦੇ ਪੈਰਾਂ 'ਚ ਬੇੜੀਆਂ ਵੀ ਹੁੰਦੀਆਂ ਨੇ। ਔਰ ਇੱਥੋਂ ਤੱਕ ਕਿ ਕੁਝ ਲੋਕ ਕਹਿੰਦੇ ਵੀ ਰਹਿੰਦੇ ਆ ਕਿ ਭਾਈ ਮੇਰੇ ਜਦੋਂ ਮੈਨੂੰ ਪੇਸ਼ੀ ਤੇ ਲੈ ਕੇ ਜਾਣਾ ਬੇੜੀਆਂ ਪਾ ਕੇ ਲੈ ਕੇ ਜਾਓ। ਉਹਦੇ ਤਰਕ ਪਿੱਛੇ ਇਹ ਹੁੰਦੇ ਆ ਕਿ ਨਹੀਂ ਤਾਂ ਫਿਰ ਪੁਲਿਸ ਵਾਲੇ ਕਹਿ ਦਿੰਦੇ ਜੀ ਉਹ ਭੱਜਣ ਲੱਗਿਆ ਸੀ, ਅਸੀਂ ਗੋਲੀ ਮਾਰ ਦਿੱਤੀ, ਮੁਕਾਬਲਾ ਬਣ ਗਿਆ। ਇਸ ਕਰਕੇ ਉਹ ਚਾਹੁੰਦੇ ਹੁੰਦੇ ਨੇ ਕਿ ਭਾਈ ਪਹਿਲਾਂ ਹੀ ਬੇੜੀਆਂ ਪਾਈਆਂ ਜਾਣ ਤਾਂ ਕਿ ਕੱਲ ਨੂੰ ਤੁਸੀਂ ਇਹ ਮੁਕਾਬਲਾ ਨਾ ਬਣਾ ਸਕੋ। ਪਰ ਖੈਰ, ਬਿਕਰਮ ਸਿੰਘ ਮਜੀਠੀਆ ਹੋਰਨਾਂ ਕੈਦੀਆਂ ਵਾਂਗ ਉਹ ਪੁਲਿਸ ਵਾਲੀ ਬੱਸ 'ਚ ਨਹੀਂ ਆਏ। ਉਹਨਾਂ ਨੂੰ ਬੱਸ 'ਚ ਨਹੀਂ ਲਿਆਂਦਾ ਗਿਆ। ਉਹ ਇੱਕ ਵੱਖਰੀ ਇਨੋਵਾ ਕਾਰ 'ਚ ਸਵਾਰ ਹੋ ਕੇ ਅਦਾਲਤ 'ਚ ਪਹੁੰਚੇ। ਮਜੀਠੀਆ ਦੇ ਅੱਗੇ ਵੀ ਤੇ ਪਿੱਛੇ ਵੀ ਪੁਲਿਸ ਦੇ ਜਿਹੜੇ ਕਰਮਚਾਰੀ ਸਨ, ਮੁਲਾਜ਼ਮ ਸਨ, ਉਹ ਵੱਖਰੀਆਂ ਗੱਡੀਆਂ 'ਚ ਆਏ, ਮਜੀਠੀਆ ਦੇ ਨਾਲ ਨਹੀਂ ਸੀ। ਤੇ ਜਦੋਂ ਅਦਾਲਤ ਵਿੱਚ ਮਜੀਠੀਆ ਨੂੰ ਪੇਸ਼ ਕੀਤਾ ਗਿਆ, ਮਜੀਠੀਆ ਦੇ ਅੱਗੇ ਪਿੱਛੇ ਪੁਲਿਸ ਐਂ ਘੁੰਮਦੀ ਸੀ ਜਿਵੇਂ ਮਜੀਠੀਆ ਕਿਸੇ ਸਮਾਗਮ ਦੇ ਵਿੱਚ ਮਹਿਮਾਨ ਬਣ ਕੇ ਗਿਆ ਹੋਵੇ। ਮਜੀਠੀਆ ਨੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ, ਪੱਤਰਕਾਰਾਂ ਨਾਲ ਗੱਲਬਾਤ ਕੀਤੀ ਕਿ ਦੱਸੋ ਜੀ ਕਿਵੇਂ ਹੋ, ਉਹ ਕਹਿੰਦਾ ਪੂਰੀ ਚੜ੍ਹਦੀ ਕਲਾ 'ਚ, ਇੱਥੋਂ ਤੱਕ ਕਿ ਮੁੱਛਾਂ ਨੂੰ ਵੀ ਮਰੋੜੇ ਦਿੱਤੇ। ਇੱਥੋਂ ਤੱਕ ਆਖਿਆ ਕਿ ਸਰਕਾਰ ਦੀ ਗਿਣੀ ਮਿਥੀ ਸਾਜ਼ਿਸ਼ ਦੇ ਅਧੀਨ ਉਹਨੂੰ ਫਸਾਇਆ ਗਿਆ, ਇਸ ਕਰਕੇ ਦੇਰ ਹੈ ਅੰਧੇਰ ਨਹੀਂ। ਉਹ ਕਹਿੰਦੇ ਚੰਨੀ ਵੀ ਤਿਆਰ ਰਹੇ, ਸਿੱਧੂ ਵੀ ਤਿਆਰ ਰਹੇ, ਸੁੱਖੀ ਰੰਧਾਵਾ ਵੀ ਤਿਆਰ ਰਹੇ, ਬੈਰਕਾਂ ਉਹਨਾਂ ਵਾਸਤੇ ਤਿਆਰ ਨੇ। ਅਕਾਲੀ ਵਰਕਰਾਂ ਨੂੰ ਉਹਨਾਂ ਨੇ ਆਖਿਆ ਕਿ ਮੈਂ ਜੇਲ੍ਹ ਦੇ ਵਿੱਚ ਫਿਕਰ ਨਾ ਕਰੋ, ਕੁਝ ਦਿਨਾਂ ਵਾਸਤੇ ਆਰਾਮ ਕਰਨ ਗਿਆ। ਉਹਨਾਂ ਨੇ ਆਖਿਆ ਕਿ ਮੇਰੇ ਵਿਰੁੱਧ ਜਿਹੜਾ ਇਹ ਕੇਸ ਹੈ ਸਿਰਫ ਤੇ ਸਿਰਫ ਸਿਆਸੀ ਬਦਲਾਖੋਰੀ ਦਾ ਕੇਸ ਹੈ। ਮੈਂ ਪੰਜਾਬ ਦਾ ਵਾਸੀ ਹਾਂ ਤੇ ਪੰਜਾਬ ਦੇ ਖਿਲਾਫ ਕਦੇ ਕੋਈ ਕਾਰਵਾਈ ਨਹੀਂ ਕਰ ਸਕਦਾ। ਪਰ ਇਹ ਗੱਲ ਪੱਕੀ ਹੈ ਕਿ ਜਿਹੜਾ ਲੋਕ ਕਹਿੰਦੇ ਨੇ ਕੋਈ ਜੇਲ੍ਹ ਵਿੱਚ ਬੈਰਕਾਂ ਦੇਖ ਰਹੇ ਹੋ, ਕਹਿੰਦੇ ਹਾਂ ਮੈਂ ਬੈਰਕਾਂ ਦੇਖ ਰਿਹਾ। ਸਿੱਧੂ ਤੋਂ ਲੈ ਕੇ ਚੰਨੀ, ਵਿੱਚ ਹੀ ਹਨੀ, ਵਿੱਚ ਹੀ ਸੁੱਖੀ ਰੰਧਾਵਾ, ਸਾਰੇ ਇੱਕ ਦਿਨ ਜੇਲ੍ਹ ਜ਼ਰੂਰ ਜਾਣਗੇ। ਇਹਦੇ ਨਾਲ ਹੀ ਜਦੋਂ ਅਦਾਲਤੀ ਪੇਸ਼ੀ ਤੋਂ ਬਾਅਦ ਮਜੀਠੀਆ ਨੇ ਵਾਪਸ ਪਟਿਆਲੇ ਜੇਲ੍ਹ ਪਰਤਣਾ ਸੀ ਤਾਂ ਲੰਬਾ ਸਮਾਂ ਮਜੀਠੀਆ ਜੇਲ੍ਹ 'ਚ ਪਰਤੇ ਹੀ ਨਾ। ਜਦੋਂ ਮਜੀਠੀਆ ਜੇਲ੍ਹ 'ਚ ਨਾ ਪਹੁੰਚਿਆ, ਪ੍ਰਸ਼ਾਸਨ ਨੂੰ ਵੀ, ਸਰਕਾਰ ਨੂੰ ਵੀ, ਜੇਲ੍ਹ ਸਟਾਫ ਨੂੰ ਵੀ ਭਾਜਣਾ ਪੈ ਗਈਆਂ ਕਿ ਮਜੀਠੀਆ ਗਿਆ ਕਿਤੇ ਫੁਰਰ ਤਾਂ ਨਹੀਂ ਹੋ ਗਿਆ। ਬਾਅਦ 'ਚ ਜਾਣਕਾਰੀ ਮਿਲੀ ਆ ਕਿ ਜੇਲ੍ਹ ਪਹੁੰਚਣ ਤੋਂ ਪਹਿਲਾਂ ਉਹ ਰਸਤੇ ਦੇ ਵਿੱਚ ਇੱਕ ਢਾਬੇ ਤੇ ਰੁਕਿਆ ਸ਼ਾਨ ਨਾਲ। ਉੱਥੇ ਅਕਾਲੀ ਦਲ ਦੇ ਕੁਝ ਸੀਨੀਅਰ ਆਗੂ ਵੀ ਪਹੁੰਚੇ ਹੋਏ ਸੀ, ਮਜੀਠੀਆ ਦੇ ਕੁਝ ਸਮਰਥਕ ਵੀ ਪਹੁੰਚੇ ਹੋਏ ਸੀ। ਮਜੀਠੀਆ ਨੇ ਉਹਨਾਂ ਦੇ ਨਾਲ ਬੈਠ ਕੇ ਰੋਟੀ ਵੀ ਖਾਧੀ, ਉਹਨਾਂ ਦੇ ਨਾਲ ਚਾਹ ਦਾ ਪਿਆਲਾ ਵੀ ਸਾਂਝਾ ਕੀਤਾ। ਪਤਾ ਲੱਗਿਆ ਕਿ ਪੁਲਿਸ ਮੁਲਾਜ਼ਮ ਵੀ ਮਜੀਠੀਆ ਦੇ ਨਾਲ ਢਾਬੇ ਤੇ ਬੈਠ ਕੇ ਰੋਟੀ ਖਾ ਰਹੇ ਸੀ। ਹੁਣ ਜੇ ਮੋਹਾਲੀ ਤੋਂ ਪਟਿਆਲੇ ਪਹੁੰਚਣਾ ਹੋਵੇ ਤਕਰੀਬਨ 1.25 ਘੰਟੇ ਦਾ ਸਫ਼ਰ ਹੈ, ਪਰ ਮਜੀਠੀਆ 1.25 ਘੰਟੇ 'ਚ ਨਹੀਂ ਪਹੁੰਚੇ, ਉਹ 2.5 'ਚ ਵੀ ਨਹੀਂ ਪਹੁੰਚੇ, ਉਹ 3.5 'ਚ ਵੀ ਨਹੀਂ ਪਹੁੰਚੇ। ਹੁਣ ਜੇ ਆਮ ਵਿਅਕਤੀ ਨੂੰ ਮੋਹਾਲੀ ਤੋਂ ਪਟਿਆਲੇ ਕਰੀਬ 1.25 ਘੰਟਾ ਲੱਗਦਾ ਹੈ ਤਾਂ ਪੁਲਿਸ ਵਾਲੇ ਤਾਂ ਹੂਟਰ ਮਾਰਦੇ ਜਾਂਦੇ ਹੁੰਦੇ ਨੇ। ਉਹ ਤਕਰੀਬਨ 12:30 ਵਜੇ
ਮੋਹਾਲੀ ਅਦਾਲਤ ਦੀ ਪੇਸ਼ੀ ਤੋਂ ਨਿਕਲਦੇ ਨੇ ਅਤੇ ਸ਼ਾਮ ਨੂੰ 5 ਵਜੇ ਜੇਲ੍ਹ 'ਚ ਪਹੁੰਚਦੇ ਨੇ। ਰਸਤੇ 'ਚ ਢਾਬੇ ਤੇ ਆਪਣੇ ਸਮਰਥਕਾਂ ਦੇ ਨਾਲ ਹਾਸਾ ਠੱਠਾ ਕੀਤਾ, ਰੋਟੀ ਖਾਧੀ, ਚਾਹ ਪੀਤੀ ਤੇ ਬਾਅਦ 'ਚ ਇਹ ਵੀ ਪਤਾ ਲੱਗਿਆ ਕਿ ਰਸਤੇ 'ਚ 2 ਟਰਾਲੀਆਂ ਵੀ ਮਿਲ ਗਈਆਂ ਸੀ। 15-20 ਮਿੰਟ ਕਹਿੰਦੇ ਟਰਾਲੀਆਂ ਨੇ ਵੀ ਲੇਟ ਕਰ ਦਿੱਤਾ। ਉੱਚ ਅਧਿਕਾਰੀ ਨੇ ਪੁੱਛਿਆ ਕਿ ਭਾਈ 12:30 ਦੇ ਤੁਰੇ ਹੋ, ਤੁਸੀਂ ਤਾਂ 1:30 ਪੌਣੇ 2 ਵਜੇ ਪਹੁੰਚ ਜਾਣੇ ਚਾਹੀਦੇ ਸੀ। ਤਾਂ ਮਜੀਠੀਆ ਕਹਿੰਦਾ ਜੀ ਰਸਤੇ 'ਚ ਜਾਮ ਵੀ ਲੱਗ ਗਿਆ ਸੀ, ਢਾਬੇ ਤੇ ਬੈਠ ਕੇ ਰੋਟੀ ਵੀ ਖਾ ਕੇ ਆਏ ਆ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜੇਕਰ ਕਿਸੇ ਆਮ ਕੈਦੀ ਨੂੰ ਜੇਲ੍ਹ ਦੇ ਵਿੱਚੋਂ ਅਦਾਲਤੀ ਪੇਸ਼ੀ ਤੇ ਲਿਜਾਇਆ ਜਾਵੇ ਕਿ ਉਹਨੂੰ ਇਨੋਵਾ ਕਾਰ 'ਚ ਲਿਆਇਆ ਜਾਂਦਾ ਹੈ, ਕਿ ਪੁਲਿਸ ਵਾਲੇ ਨੂੰ ਆਪਣੀ ਬੱਸ 'ਚ ਬਿਠਾ ਕੇ ਲਿਜਾਂਦੇ ਨੇ, ਕਿ ਪੁਲਿਸ ਵਾਲੇ ਵੱਖਰੀਆਂ ਕਾਰਾਂ 'ਚ ਜਾਂਦੇ ਨੇ, ਕਿ ਰਸਤੇ ਵਿੱਚ ਢਾਬਿਆਂ ਦੀ ਉਹਨੂੰ ਰੋਟੀ ਖਵਾਈ ਜਾਂਦੀ ਹੈ, ਕਿ ਉਹਦੇ ਸਾਥੀ ਜਾਂ ਸਮਰਥਕ ਰਸਤੇ 'ਚ ਉਹਨੂੰ ਮਿਲਣ ਵਾਸਤੇ ਸੱਦ ਲਏ ਜਾਂਦੇ ਨੇ, ਕਿ ਸਵਾ ਘੰਟੇ ਦਾ ਰਸਤਾ 5-7 ਘੰਟਿਆਂ ਵਿੱਚ ਤੈਅ ਕੀਤਾ ਜਾਂਦਾ ਹੈ। ਜੇ ਆਮ ਲੋਕਾਂ ਵਾਸਤੇ ਇਹ ਨਹੀਂ ਤਾਂ ਫਿਰ ਆਗੂਆਂ ਵਾਸਤੇ ਕਿਉਂ? ਇਹਨਾਂ ਵਾਸਤੇ VVIP ਟ੍ਰੀਟਮੈਂਟ ਕਿਉਂ? ਆਮ ਲੋਕ ਤੇ ਰਾਜਨੀਤਿਕ ਲੋਕਾਂ ਵਿੱਚ ਫਰਕ ਕਿਉਂ? ਕਿ ਆਮ ਲੋਕਾਂ ਤੇ ਰਾਜਨੀਤਿਕ ਲੋਕਾਂ ਦੇ ਵਿਚਕਾਰ ਕਾਨੂੰਨ ਵੱਖਰੇ ਚੱਲਦੇ ਆ? ਕੀ ਸੰਵਿਧਾਨ ਵੱਖਰੇ ਵੱਖਰੇ ਆ? ਜੇ ਕਾਨੂੰਨ ਇੱਕੋ ਹੀ ਤਾਂ ਅਸੂਲ ਕਿਉਂ ਛਿੱਕੇ ਟੰਗੇ ਜਾ ਰਹੇ ਨੇ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ। ਤੇ ਅਗਲੀ ਗੱਲ ਕਰਦੇ ਹਾਂ ਕਿ ਅੱਜ ਹਾਲੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਤੀਜੇ 10 ਮਾਰਚ ਨੂੰ ਆ ਜਾਣੇ ਨੇ। ਪਤਾ ਨਹੀਂ ਦੁਬਾਰਾ ਮੌਕਾ ਚਰਨਜੀਤ ਸਿੰਘ ਚੰਨੀ ਨੂੰ ਮਿਲਦਾ ਹੈ ਜਾਂ ਫਿਰ ਭਗਵੰਤ ਮਾਨ ਮੁੱਛਾਂ ਨੂੰ ਤਾ ਦਿੰਦੇ ਨੇ। ਉਧਰ ਸੁਖਬੀਰ ਬਾਦਲ ਜੀ ਕਹਿੰਦੇ ਨਹੀਂ ਵਾਰੀ ਸਾਡੀ ਹੈ ਕਿ ਕੌਣ ਪੰਜਾਬ ਦਾ ਮੁੱਖ ਮੰਤਰੀ ਬਣਦਾ ਹੈ। ਪਰ ਚੋਣ ਨਤੀਜਿਆਂ ਤੋਂ ਪਹਿਲਾਂ ਇੱਕ ਵਾਰ ਫੇਰ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਰਚਾ 'ਚ ਨੇ। ਜਾਣਕਾਰੀ ਮਿਲੀ ਹੈ ਕਿ ਚਰਨਜੀਤ ਸਿੰਘ ਚੰਨੀ ਜਦੋਂ ਕੱਲ ਭਦੌੜ ਦੇ ਵਿੱਚ ਵਰਕਰਾਂ ਨੂੰ ਮਿਲਣ ਵਾਸਤੇ ਗਏ, ਉਹਦੇ ਤੋਂ ਬਾਅਦ ਉਹ ਤਪਾ ਮੰਡੀ ਵੱਲ ਜਾ ਰਹੇ ਸੀ। ਰਸਤੇ 'ਚ ਨਜ਼ਰ ਪਈ ਕਿ ਉਹ ਬੱਕਰੀਆਂ ਜਾਂਦੀਆਂ ਨੇ। ਬੱਕਰੀਆਂ ਦੇ ਇੱਜੜ ਨੂੰ ਦੇਖ ਕੇ ਕਹਿੰਦੇ ਮਾਰੋ ਵੀ ਬ੍ਰੇਕਾਂ। ਹੁਣ ਗੱਡੀ ਵਾਲੇ ਡਰਾਈਵਰ ਨੇ ਬ੍ਰੇਕਾਂ ਮਾਰਤੀਆਂ। ਕਹਿੰਦੇ ਦੱਸੋ ਜਨਾਬ। ਕਹਿੰਦੇ ਗੱਡੀ ਇਸ ਸਾਈਡ ਤੇ ਲਾ ਦਿਓ। ਸਾਈਡ ਤੇ ਲਾ ਦਿੱਤੀ। ਲੰਬੇ ਕਦਮੀ ਬੱਕਰੀਆਂ ਵੱਲ ਨੂੰ ਹੋ ਤੁਰੇ। ਉਹਨਾਂ ਨੇ ਸੋਚਿਆ ਸ਼ਾਇਦ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਹੋਣਾ ਹੈ ਜਿਹੜਾ ਇਹਨਾਂ ਦੀ ਨਜ਼ਰੀ ਪੈ ਗਿਆ। ਇੱਕਦਮ ਗੱਡੀ ਦੀਆਂ ਬ੍ਰੇਕਾਂ ਮਾਰ ਲਈਆਂ। ਪਰ ਬਾਅਦ 'ਚ ਪਤਾ ਲੱਗਿਆ ਕਿ ਇਹ ਤਾਂ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਭਾਈ ਮੈਨੂੰ ਬੱਕਰੀਆਂ ਦੀ ਧਾਰ ਵੀ ਚੋਣੀ ਆਉਂਦੀ ਹੈ। ਹੁਣ ਕਹਿੰਦੇ ਮੈਂ ਧਾਰ ਚੋਣੀ ਹੈ, ਚੋਣੀ ਵੀ ਬੱਕਰੀ ਦੀ ਹੈ। ਉਹਨਾਂ ਦਾ ਇੱਕ ਸਾਥੀ ਫਿਰ ਗੱਡੀ ਦੇ ਵਿੱਚੋਂ ਕੋਈ ਬੋਤਲ ਕੱਢ ਕੇ ਲਿਆਉਂਦਾ ਤੇ ਨਾਲ ਪ੍ਰੋਪਰ ਵੀਡੀਓ ਬਣਦੀ ਹੈ। ਵੀਡੀਓ ਬਣਾਉਣ ਲੱਗ ਪਏ। ਚਰਨਜੀਤ ਸਿੰਘ ਚੰਨੀ ਧਾਰ ਕੱਢਣ ਲੱਗ ਪਏ। ਇਸੇ ਦੌਰਾਨ ਚੰਨੀ ਉਸ ਵੀਡੀਓ ਦੇ ਵਿੱਚ ਸੁਣੇ ਜਾ ਸਕਦੇ ਨੇ ਕਿ ਮੈਂ ਬੱਕਰੀਆਂ ਦੀਆਂ ਧਾਰਾਂ ਵੀ ਕੱਢ ਲੈਂਦਾ। ਧਾਰਾਂ ਕੱਢਣ ਦਾ ਮੈਂ ਪੂਰਾ ਐਕਸਪਰਟ ਹਾਂ। ਬੱਕਰੀ ਦੇ ਮਾਲਕ ਨੇ ਪਾਲ ਖਾਨ, ਉਹਨੇ ਦੱਸਿਆ ਕਿ ਚੰਨੀ ਨੇ ਬੱਕਰੀ ਦੀ ਧਾਰ ਕੱਢਣ ਦੇ ਬਦਲੇ ਉਹਨਾਂ ਨੂੰ 4000 ਰੁਪਏ ਵੀ ਦਿੱਤੇ ਨੇ। ਅਸਲ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਹਾਲੇ ਤੱਕ ਇਹ ਗੱਲ ਦੀ ਸਮਝ ਹੀ ਨਹੀਂ ਆਈ ਕਿ ਚਰਨਜੀਤ ਸਿੰਘ ਚੰਨੀ ਸਿੱਧ ਕੀ ਕਰਨਾ ਚਾਹੁੰਦੇ ਨੇ। ਕਿ ਉਹ ਮਲਟੀ ਟੈਲੈਂਟਡ ਨੇ, ਇਹ ਸਿੱਧ ਕਰਨਾ ਚਾਹੁੰਦੇ ਆ? ਕਿ ਇਹ ਸਿੱਧ ਕਰਨਾ ਚਾਹੁੰਦੇ ਉਹਨਾਂ ਨੂੰ ਕੋਈ ਹਰ ਕੰਮ ਆਉਂਦਾ? ਉਹਨਾਂ ਨੇ ਇੱਥੋਂ ਤੱਕ ਆਖਿਆ ਬੱਕਰੀਆਂ ਦੇ ਮਾਲਕ ਨੂੰ ਕਿ ਆਹ ਲੈ ਬੋਤਲ ਫੜ, ਤੂੰ ਪਹਿਲਾਂ ਇੱਕ ਹੱਥ ਨਾਲ ਧਾਰ ਕੱਢਦੇ ਸੀ ਕਿ ਤੈਨੂੰ ਦੋਵੇਂ ਹੱਥਾਂ ਨਾਲ ਧਾਰ ਕੱਢ ਕੇ ਦਿਖਾਵਾਂ। ਤੇ ਵੀਡੀਓ ਬਣਾਉਣ ਵਾਲਾ ਕਹਿੰਦਾ ਕਿ ਬੱਕਰੀ ਦੀ ਧਾਰ ਵੀ ਜਨਾਬ ਮੂੰਹ 'ਚ ਮਾਰੀ ਜਾ ਸਕਦੀ ਹੈ। ਤੇ ਚਰਨਜੀਤ ਸਿੰਘ ਚੰਨੀ ਕਹਿੰਦੇ ਹੁਣ ਤੂੰ ਮੈਨੂੰ ਇਹ ਕੰਮ ਕਰਨ ਵਾਸਤੇ ਨਾ ਕਹਿ ਦੀ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਜਾਂ ਜਿਹੜੇ ਹੋਰ ਲੀਡਰ ਨੇ ਉਹਨਾਂ ਕੋਲੋਂ ਮੁਲਾਕਾਤ ਦਾ ਕਦੇ ਸਮਾਂ ਮੰਗ ਕੇ ਦੇਖੋ। ਕਹਿੰਦੇ ਸਾਡੇ ਕੋਲ ਸਮਾਂ ਨਹੀਂ। ਪਰ ਮੈਂ ਬਾਰੇ ਬਲਿਹਾਰੇ ਜਾਵਾਂ, ਰਸਤੇ ਦੇ ਵਿੱਚ ਇਸ ਤਰ੍ਹਾਂ ਦੇ ਕੰਮ ਕਰਨ ਵਾਸਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਵਾਧੂ ਸਮਾਂ। ਬੱਕਰੀਆਂ ਦੀ ਧਾਰ ਚੋ ਕੇ ਕੀ ਸਿੱਧ ਕੀਤਾ? ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕ ਫਤਵਾ ਤਾਂ ਪਤਾ ਨਹੀਂ ਕੀ ਦੇਣਗੇ। 10 ਮਾਰਚ ਨੂੰ ਨਤੀਜੇ ਸਾਹਮਣੇ ਆ ਜਾਣੇ ਆ। ਚੰਗੀ ਗੱਲ ਹੈ ਇਹਨਾਂ ਦੀਆਂ ਆਸਾਂ ਨੂੰ ਬੂਰ ਪੈ ਜਾਏ। ਪਰ ਜੇ ਆਸਾਂ ਨੂੰ ਬੂਰ ਨਾ ਪਿਆ ਤਾਂ ਫਿਰ ਚਰਨਜੀਤ ਸਿੰਘ ਚੰਨੀ ਸੋਚਣ ਜ਼ਰੂਰ ਕਿ ਮੈਂ 111 ਦਿਨ ਲੋਕਾਂ ਨੂੰ ਐਸੇ ਤਰ੍ਹਾਂ ਦੇ ਲੱਲੇ ਭੱਬੇ ਕਰ ਅੱਗੇ ਸਮਾਂ ਲੰਘਾਉਂਦਾ ਰਿਹਾ। ਕਦੇ ਕਹਿੰਦਾ ਮੈਨੂੰ ਮੰਜੇ ਬੁਣਨੇ ਆਉਂਦੇ ਨੇ, ਕਦੇ ਕਹਿੰਦਾ ਰਿਕਸ਼ਾ ਚਲਾਉਣਾ ਆਉਂਦਾ ਹੈ, ਕਦੇ ਮੈਨੂੰ ਧਾਰ ਕੱਢਣੀ ਆਉਂਦੀ ਹੈ। ਕਿਹੜਾ ਕੰਮ ਹੈ ਜਿਹੜਾ ਆਖਿਆ ਨਹੀਂ ਕਿ ਮੈਨੂੰ ਕਰਨਾ ਆਉਂਦਾ ਹੈ? ਜੇ ਸ਼ਾਇਦ ਪੰਜਾਬ ਦੇ ਲੋਕਾਂ ਦੇ ਕੰਮਾਂ ਵੱਲ ਧਿਆਨ ਦਿੱਤਾ ਹੁੰਦਾ ਤਾਂ ਨਤੀਜੇ ਸ਼ਾਇਦ ਕੁਝ ਹੋਰ ਹੋ ਸਕਦੇ ਸੀ। ਪਰ ਹਾਲੇ ਵੀ ਪਤਾ ਕੋਈ ਨਹੀਂ ਕਿ ਨਤੀਜੇ ਕਾਂਗਰਸ ਦੇ, ਨਤੀਜੇ ਅਕਾਲੀਆਂ ਦੇ, ਜਾਂ ਨਤੀਜੇ ਆਪ ਜਾਂ ਕਿਸੇ ਹੋਰ ਪਾਰਟੀ ਦੇ ਹੱਕ 'ਚ ਜਾਂ ਵਿਰੋਧ 'ਚ ਆਉਣੇ ਨੇ। ਬਸ ਕੁਝ ਘੰਟਿਆਂ ਦਾ ਇੰਤਜ਼ਾਰ ਹੈ। ਜੋ ਵੀ ਜਿੱਤਿਆ, ਜੋ ਵੀ ਹਾਰਿਆ, ਨਤੀਜੇ ਤੁਹਾਡੇ ਨਾਲ ਸਾਂਝੇ ਕਰਾਂਗੇ। ਇਹਦੇ ਨਾਲ ਹੀ ਸਮੇਂ ਦੀ ਸਮਾਪਤੀ ਹੈ। ਜਾਣ ਤੋਂ ਪਹਿਲਾਂ ਕਹਾਂਗਾ
ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ ਤੇ ਰੱਬ ਰਾਖਾ।